ਦੋਸਤੋ MD ਜੋਬ ਅਲਰਟਸ ਦੇ ਵਿੱਚ ਤੁਹਾਡਾ ਸਵਾਗਤ ਹੈ। ਅਗਰ ਤੁਸੀਂ ਇਸ ਚੈਨਲ ਦੇ ਉੱਤੇ ਨਵੇਂ ਹੋ ਤਾਂ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾ ਦੇਵੋ ਤਾਂ ਕਿ ਤੁਹਾਨੂੰ ਜੋ ਵੀ ਪੰਜਾਬ ਦੇ ਵਿੱਚ ਨਿੱਕੀ ਮੋਟੀ ਕੋਈ ਵੀ ਅਸਾਮੀ ਆਉਂਦੀ ਹੈ ਉਸ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਆਓ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਤੁਹਾਨੂੰ ਦੱਸ ਦਈਏ ਕਿ ਜੋ ਅਸਾਮੀਆਂ ਨਿਕਲੀਆਂ ਨੇ ਉਹ ਦਫ਼ਤਰ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਮਗਨਰੇਗਾ ਫਾਜ਼ਿਲਕਾ ਵੱਲੋਂ ਪ੍ਰਕਾਸ਼ਿਤ ਹੋਈਆਂ ਨੇ। ਇਹ ਨਿਯੁਕਤੀਆਂ ਦੀ ਜੋ ਮਿਤੀ ਹੈ ਉਹ 8/10/2021 ਨੂੰ ਪ੍ਰਕਾਸ਼ਿਤ ਕੀਤੀ ਗਈ ਹੈ ਅਤੇ ਜੋ ਔਨਲਾਈਨ ਅਪਲਾਈ ਕਰਨ ਦੀ ਮਿਤੀ ਹੈ ਉਹ 9/10/2021 ਨੂੰ, ਯਾਨੀ ਕਿ ਕੱਲ੍ਹ ਤੋਂ ਤੁਸੀਂ ਅਪਲਾਈ ਕਰ ਸਕਦੇ ਹੋ। ਇਸ ਨੂੰ ਔਨਲਾਈਨ ਅਪਲਾਈ ਕਰਨਾ ਹੈ ਅਤੇ ਸਬਮਿਟ ਅਤੇ ਫੀਸ ਭਰਨ ਦੀ ਜੋ ਆਖਰੀ ਮਿਤੀ ਰੱਖੀ ਗਈ ਹੈ ਉਹ 21/10/2021 ਰੱਖੀ ਗਈ ਹੈ। ਅਸਾਮੀਆਂ ਦਾ ਵੇਰਵਾ ਕੁਝ ਇਸ ਪ੍ਰਕਾਰ ਹੈ। ਜੋ ਪਹਿਲੀ ਪੋਸਟ ਹੈ ਉਹ ਵਰਕਸ ਮੈਨੇਜਰ ਦੀ ਪੋਸਟ ਹੈ। ਜੋ ਨੰਬਰ ਆਫ ਪੋਸਟ 1 ਹੈ ਅਤੇ ਦੂਸਰੀ ਜੋ ਅਸਾਮੀ ਹੈ ਉਹ ਟੈਕਨੀਕਲ ਕੋਆਰਡੀਨੇਟਰ ਦੀ ਹੈ। ਜੋ ਨੰਬਰ ਆਫ ਪੋਸਟਾਂ ਨੇ ਉਹ 1 ਹੈ। ਜੋ ਟੈਕਨੀਕਲ ਅਸਿਸਟੈਂਟ ਦੀ ਤੀਸਰੀ ਅਸਾਮੀ ਹੈ ਉਸ ਦੇ ਵਿੱਚ ਜੋ ਨੰਬਰ ਆਫ ਪੋਸਟਾਂ ਨੇ ਉਹ 5 ਨੇ। ਉਸ ਤੋਂ ਬਾਅਦ ਅਕਾਊਂਟੈਂਟ ਦੀ ਅਸਾਮੀ ਹੈ ਜਿਸ ਦੀਆਂ ਨੰਬਰ ਆਫ ਪੋਸਟ 4 ਨੇ। ਉਸ ਤੋਂ ਬਾਅਦ ਕੰਪਿਊਟਰ ਅਸਿਸਟੈਂਟ ਦੀ ਪੋਸਟਾਂ ਨੇ ਜਿਸ ਦੀਆਂ ਨੰਬਰ ਆਫ ਪੋਸਟਾਂ 6 ਨੇ। ਉਸ ਤੋਂ ਬਾਅਦ ਡਾਟਾ ਐਂਟਰੀ ਆਪਰੇਟਰ ਜਿਸ ਦੀਆਂ ਕੁੱਲ ਅਸਾਮੀਆਂ 16 ਨੇ। ਉਸ ਤੋਂ ਬਾਅਦ ਗ੍ਰਾਮ ਰੋਜ਼ਗਾਰ ਸੇਵਕ ਦੀ ਅਸਾਮੀਆਂ ਜਿਸ ਦੀਆਂ ਕੁੱਲ ਅਸਾਮੀਆਂ 22 ਨੇ। ਟੋਟਲ 55 ਅਸਾਮੀਆਂ ਨੇ ਜਿਸ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ। ਇਹ ਅਸਾਮੀਆਂ ਨੂੰ ਕੈਟੇਗਰੀ ਵਾਈਜ਼ ਡਿਵਾਈਡ ਕੀਤਾ ਗਿਆ, ਵੰਡ ਕੀਤੀ ਗਈ ਹੈ। ਇਸ ਨੂੰ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਇਹਨਾਂ ਦੀ ਵੰਡ ਨੂੰ ਤੁਸੀਂ ਦੇ ਸਕਦੇ ਹੋ, ਕਿਸ ਤਰ੍ਹਾਂ ਇਹਨਾਂ ਨੂੰ ਵੰਡਿਆ ਗਿਆ ਹੈ ਕੈਟੇਗਰੀ ਵਾਈਜ਼। ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਜੋ ਤਨਖਾਹ ਹੋਵੇਗੀ, ਜੋ ਵਰਕਸ ਮੈਨੇਜਰ ਦੀ ਤਨਖਾਹ ਹੋਵੇਗੀ ਉਹ 20,000 ਪ੍ਰਤੀ ਮਹੀਨਾ ਹੋਵੇਗੀ ਅਤੇ ਉਸ ਤੋਂ ਬਾਅਦ ਜੋ ਟੈਕਨੀਕਲ ਕੋਆਰਡੀਨੇਟਰ ਦੀ ਤਨਖਾਹ ਹੈ ਉਹ ਵੀ 20,000 ਪ੍ਰਤੀ ਮਹੀਨਾ ਹੋਵੇਗੀ। ਉਸ ਤੋਂ ਬਾਅਦ ਟੈਕਨੀਕਲ ਅਸਿਸਟੈਂਟ ਦੀ ਜੋ ਪੇ ਹੈ ਉਹ 17,500 ਰੁਪਏ ਮਹੀਨਾ ਹੋਵੇਗੀ। ਜੋ ਅਕਾਊਂਟੈਂਟ ਦੀ ਪੇ ਹੈ ਉਹ 11,000 ਰੁਪਏ ਪ੍ਰਤੀ ਮਹੀਨਾ ਹੋਵੇਗੀ। ਕੰਪਿਊਟਰ ਅਸਿਸਟੈਂਟ ਦੀ ਜੋ ਪੇ ਹੈ ਉਹ 12,000 ਰੁਪਏ ਪ੍ਰਤੀ ਮਹੀਨਾ ਹੋਵੇਗੀ। ਉਸ ਤੋਂ ਬਾਅਦ ਡਾਟਾ ਐਂਟਰੀ ਆਪਰੇਟਰ ਦੀ ਜੋ ਪੇ ਹੈ ਉਹ 12,000 ਰੁਪਏ ਪ੍ਰਤੀ ਮਹੀਨਾ ਹੋਵੇਗੀ। ਉਸ ਤੋਂ ਬਾਅਦ ਗ੍ਰਾਮ ਰੋਜ਼ਗਾਰ ਸੇਵਕ ਦੀ ਜੋ ਪੇ ਹੈ ਉਹ 10,700 ਰੁਪਏ ਪ੍ਰਤੀ ਮਹੀਨਾ ਹੋਵੇਗੀ। ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਜੋ ਐਜੂਕੇਸ਼ਨ ਕੁਆਲੀਫਿਕੇਸ਼ਨ ਵਿੱਦਿਅਕ ਯੋਗਤਾ ਰੱਖੀ ਗਈ ਹੈ ਵਰਕਸ ਮੈਨੇਜਰ ਦੇ ਲਈ ਉਹ M.Tech B.Tech ਸਿਵਲ ਇੰਜੀਨੀਅਰਿੰਗ ਨਾਲ ਪਾਸ ਹੋਣੀ ਜ਼ਰੂਰੀ ਹੈ, ਜਿਸ ਦੇ ਵਿੱਚ ਕੰਪਿਊਟਰ ਟੈਸਟ ਆਫ ਸਕਿੱਲਜ਼ ਲਾਈਕ MS ਆਫਿਸ ਡਾਟਾ ਜੋ ਬੇਸ ਫੰਕਸ਼ਨ ਜੋ ਹੁੰਦੇ ਨੇ ਉਹਨਾਂ ਦੀ ਨੌਲੇਜ ਹੋਣੀ ਜ਼ਰੂਰੀ ਹੈ। ਉਸ ਤੋਂ ਬਾਅਦ ਟੈਕਨੀਕਲ ਕੋਆਰਡੀਨੇਟਰ ਦੀ ਅਸਾਮੀ ਦੇ ਲਈ ਜੋ ਵਿੱਦਿਅਕ ਯੋਗਤਾ ਰੱਖੀ ਗਈ ਉਹ M.Tech B.Tech ਸਿਵਲ ਇੰਜੀਨੀਅਰਿੰਗ, M.Plan, M ਆਰਕੀਟੈਕਚਰ। ਉਸ ਤੋਂ ਬਾਅਦ ਸੇਮ ਕੰਪਲਸਰੀ ਜੋ ਕੰਪਿਊਟਰ ਟੈਸਟ ਜਿਵੇਂ ਕਿ MS ਆਫਿਸ ਦਾ ਪਾਸ ਕੀਤਾ ਜਾਣਾ ਲਾਜ਼ਮੀ ਹੈ। ਉਸ ਤੋਂ ਬਾਅਦ ਜੋ ਟੈਕਨੀਕਲ ਅਸਿਸਟੈਂਟ ਦੀ ਅਸਾਮੀ ਹੈ ਉਸ ਦੇ ਲਈ M.Tech B.Tech ਸਿਵਲ ਇੰਜੀਨੀਅਰਿੰਗ ਦੇ ਵਿੱਚ ਪਾਸ ਹੋਣਾ ਜ਼ਰੂਰੀ ਹੈ। ਉਸ ਦੇ ਵਿੱਚ ਵੀ ਜੋ ਕੰਪਿਊਟਰ ਦਾ ਟੈਸਟ ਹੈ ਉਹ ਪਾਸ ਕਰਨਾ ਲਾਜ਼ਮੀ ਹੋਵੇਗਾ, ਜਿਵੇਂ ਕਿ MS ਆਫਿਸ, ਡਾਟਾਬੇਸ ਫੰਕਸ਼ਨਜ਼, ਯੂਜ਼ ਆਫ ਇੰਟਰਨੈਟ ਐਟਸੈਕਟਰਾ। ਉਸ ਤੋਂ ਬਾਅਦ ਜੋ ਅਕਾਊਂਟੈਂਟ ਦੀ ਪੋਸਟ ਹੈ ਉਸ ਦੇ ਵਿੱਚ M.Com B.Com ਅਤੇ CA ਤੁਹਾਡਾ ਹੋਣਾ ਜ਼ਰੂਰੀ ਹੈ। ਉਸ ਤੋਂ ਬਾਅਦ ਸੇਮ ਜੋ ਕੰਪਿਊਟਰ ਟੈਸਟ ਤੁਹਾਡਾ ਦਿੱਤਾ ਹੋਣਾ ਚਾਹੀਦਾ ਹੈ ਜੋ MS ਆਫਿਸ, ਡਾਟਾਬੇਸ ਫੰਕਸ਼ਨ ਜਾਂ ਯੂਜ਼ ਆਫ ਇੰਟਰਨੈਟ ਐਟਸੈਕਟਰਾ ਹੋਣਾ ਲਾਜ਼ਮੀ ਹੈ। ਉਸ ਤੋਂ ਬਾਅਦ ਜੋ ਕੰਪਿਊਟਰ ਅਸਿਸਟੈਂਟ ਦੀ ਅਸਾਮੀ ਹੈ ਉਸ ਦੇ ਵਿੱਚ ਜੋ ਐਜੂਕੇਸ਼ਨ ਕੁਆਲੀਫਿਕੇਸ਼ਨ ਹੈ ਉਹ B.Tech ਕੰਪਿਊਟਰ ਸਾਇੰਸ ਹੋਣੀ ਜ਼ਰੂਰੀ ਹੈ ਜਾਂ B.Tech ਇਨਫੋਰਮੇਸ਼ਨ ਟੈਕਨੋਲੋਜੀ ਕੀਤੀ ਹੋਵੇ ਜਾਂ BCA IT ਕੰਪਿਊਟਰ ਹੋਵੇ। ਉਸ ਦੇ ਵਿੱਚ ਉਸ ਤੋਂ ਇਲਾਵਾ ਜੋ ਤੁਹਾਡੇ ਲਈ ਕੰਪਲਸਰੀ ਹੋਵੇਗਾ ਟਾਈਪਿੰਗ ਟੈਸਟ ਹੋਵੇਗਾ ਇੰਗਲਿਸ਼ ਲੈਂਗੁਏਜ, ਜਿਸ ਦੇ ਵਿੱਚ 30 ਵਰਡ ਪ੍ਰਤੀ ਮਿੰਟ ਤੁਹਾਡੀ ਸਪੀਡ ਹੋਣੀ ਚਾਹੀਦੀ ਹੈ ਅਤੇ ਪੰਜਾਬੀ ਲੈਂਗੁਏਜ ਲਈ 25 ਵਰਡ ਪ੍ਰਤੀ ਮਿੰਟ ਤੁਹਾਡੀ ਸਪੀਡ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਜੋ ਡਾਟਾ ਐਂਟਰੀ ਆਪਰੇਟਰ ਦੀ ਪੋਸਟ ਹੈ ਉਸ ਦੇ ਵਿੱਚ ਜੋ ਐਜੂਕੇਸ਼ਨ ਕੁਆਲੀਫਿਕੇਸ਼ਨ ਰੱਖੀ ਗਈ ਹੈ ਉਹ BA BSc ਡਿਪਲੋਮਾ ਇਨ ਕੰਪਿਊਟਰ ਸਾਇੰਸ ਘੱਟੋ ਘੱਟ 3 ਸਾਲ ਦਾ ਹੋਣਾ ਜ਼ਰੂਰੀ ਹੈ। ਉਸ ਦੇ ਵਿੱਚ ਵੀ ਜੋ ਟਾਈਪਿੰਗ ਸਪੀਡ ਹੈ ਇੰਗਲਿਸ਼ ਲੈਂਗੁਏਜ ਲਈ 30 ਵਰਡ ਪਰ ਮਿੰਟ ਅਤੇ ਪੰਜਾਬੀ ਲੈਂਗੁਏਜ ਲਈ 25 ਵਰਡ ਪਰ ਮਿੰਟ ਹੋਣੀ ਲਾਜ਼ਮੀ ਹੈ। ਉਸ ਤੋਂ ਬਾਅਦ ਜੋ ਗ੍ਰਾਮ ਰੋਜ਼ਗਾਰ ਸੇਵਕ ਦੀ ਪੋਸਟ ਹੈ ਉਸ ਦੇ ਵਿੱਚ ਸਿਰਫ +2 ਪਾਸ ਹੋਣੀ ਚਾਹੀਦੀ ਹੈ। ਅਗਰ ਉਸ ਤੋਂ ਜ਼ਿਆਦਾ ਹਾਇਰ ਕੁਆਲੀਫਿਕੇਸ਼ਨ ਕੀਤੀ ਹੋਵੇਗੀ ਕਿਸੇ ਵੀ ਕੈਂਡੀਡੇਟ ਦੀ ਤਾਂ ਉਸ ਨੂੰ ਪ੍ਰੈਫਰ ਕੀਤਾ ਜਾਵੇਗਾ। ਇਸ ਤੋਂ ਬਾਅਦ ਟੈਸਟ ਦਾ ਜੋ ਵੇਰਵਾ ਹੈ ਇਸ ਪ੍ਰਕਾਰ ਦਿੱਤਾ ਗਿਆ ਹੈ ਜੋ ਕਿ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਜਾ ਕੇ ਵਿਜ਼ਿਟ ਕਰਕੇ ਦੇਖ ਸਕਦੇ ਹੋ। ਅਗਰ ਤੁਹਾਨੂੰ ਕੋਈ ਵੀ ਇਸ ਸੰਬੰਧੀ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਲਿਖਣਾ। ਅਗਰ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਰਦੇ ਹੋ ਤਾਂ ਇਸ ਨੂੰ ਸ਼ੇਅਰ ਕਰੋ ਤਾਂ ਕਿ ਜੋ ਕਿਸੇ ਨੂੰ ਵੀ ਇਸ ਦੀ ਜ਼ਰੂਰਤ ਹੈ, ਪੋਸਟ ਦੀ ਜ਼ਰੂਰਤ ਹੈ, ਉਹ ਜਲਦੀ ਤੋਂ ਜਲਦੀ ਅਪਲਾਈ ਕਰਕੇ ਆਪਣੀ ਪੋਸਟ ਨੂੰ ਭਰ ਸਕੇ। ਧੰਨਵਾਦ।